ਸਰਕਾਰ ਦਾਅਵੇ ਕਰ ਰਹੀ ਹੈ ਕਿ ਉਸ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਰਿਹਾ ਹੈ, ਪਰ ਇਹਨਾਂ ਦਾਅਵੇ ਅਤੇ ਹਕੀਕਤਾਂ ਨੂੰ ਝੁਠਲਾ ਰਹੇ ਹਨ ਪੰਜਾਬ ਵਿੱਚ ਬਣਿਆ ਸਰਕਾਰੀ ਕਾਲਜ ਬਚਾਓ ਮੰਚ। ਸਰਕਾਰ ਵੱਲੋਂ ਜੋ ਵੀ ਅੰਕੜੇ ਪੇਸ਼ ਕੀਤੇ ਜਾ ਰਹੇ ਹਨ, ਉਸ ਦੇ ਉਲਟ ਇਸ ਮੰਚ ਵੱਲੋਂ ਬਕਾਇਦਾ ਤੌਰ ਤੇ ਪਿਛਲੇ ਕੁਝ ਸਮੇਂ ਤੋਂ ਮੁਹਿੰਮ ਚਲਾ ਕੇ ਸਰਕਾਰ ਨੂੰ ਭੰਡਿਆ ਵੀ ਜਾ ਰਿਹਾ ਹੈ ਅਤੇ ਇਸ ਮੰਚ ਦੇ ਤਹਿਤ ਪੰਜਾਬ ਵਿੱਚ ਇਹ ਆਵਾਜ਼ ਉਠਾਈ ਜਾ ਰਹੀ ਹੈ ਕਿ ਜੋ ਕਾਲਜ ਹਨ ਉਹਨਾਂ ਨੂੰ ਬਚਾਇਆ ਜਾਵੇ, ਜੋ ਪੰਜਾਬ ਦਾ ਉਚੇਰੀ ਸਿੱਖਿਆ ਦਾ ਢਾਂਚਾ ਹੈ ਉਸ ਨੂੰ ਬਚਾਇਆ ਜਾਵੇ ਅਤੇ ਜੋ ਨੌਜਵਾਨ ਹਨ ਜਿਨ੍ਹਾਂ ਨੇ ਬਹੁਤ ਵੱਡੀਆਂ ਡਿਗਰੀਆਂ ਡਿਪਲੋਮੇ ਕੀਤੇ ਹੋਏ ਹਨ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਔਰ ਜੋ ਪਹਿਲਾਂ ਤੋਂ ਇਹਨਾਂ ਕਾਲਜਾਂ ਵਿੱਚ ਕੰਮ ਕਰ ਰਹੇ ਹਨ ਕਾਲਜ ਜਿਨ੍ਹਾਂ ਨੂੰ ਬਹੁਤ ਘੱਟ ਤਨਖਾਹਾਂ ਮਿਲ ਰਹੀਆਂ ਹਨ, ਉਸ ਸ਼ੋਸ਼ਣ ਨੂੰ ਬੰਦ ਕੀਤਾ ਜਾਵੇ। ਇਹਨਾਂ ਸਾਰੇ तमाम ਮੁੱਦਿਆਂ, ਸ਼ਿਕਾਇਤਾਂ ਅਤੇ ਮਸਲੇ ਤੇ ਲੈ ਕੇ ਅਸੀਂ ਗੱਲਬਾਤ ਕਰ ਰਹੇ ਹਾਂ। ਸਰਕਾਰੀ ਕਾਲਜ ਬਚਾਓ ਮੰਚ ਨੂੰ ਲੈ ਕੇ ਕੁਝ ਸਮੇਂ ਤੋਂ ਕੰਮ ਕਰ ਰਹੇ ਪ੍ਰੋਫੈਸਰ ਗੁਰਪ੍ਰੀਤ ਸਿੰਘ ਜੀ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਰ, ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਅਜੀਤ ਵੈਬ ਟੀਵੀ ਦਾ ਜੋ ਸਾਡੇ ਇਸ ਮੰਚ ਦੀ ਆਵਾਜ਼ ਦੇਸ਼ ਵਿਦੇਸ਼ ਔਰ ਸਾਡੇ ਪੰਜਾਬੀਆਂ ਤੱਕ ਪਹੁੰਚਾ ਰਹੇ ਨੇ ਔਰ ਸਾਡਾ ਜੋ ਇਹ ਮੁੱਦਾ ਚੁੱਕਿਆ। ਸਰ, ਮੇਰਾ ਸਵਾਲ ਇਹ ਹੈ ਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਸਿੱਖਿਆ ਦੇ ਪੱਧਰ ਨੂੰ ਬਹੁਤ ਉੱਚਾ ਚੁੱਕਿਆ, ਪਰ ਤੁਸੀਂ ਜੋ ਮੰਚ ਬਣਾ ਕੇ ਸੰਘਰਸ਼ ਕਰ ਰਹੇ ਹੋ, ਇਹਨਾਂ ਸਰਕਾਰ ਦੇ ਔਰ ਤੁਹਾਡੇ ਦਾਅਵਿਆਂ ਦੇ ਵਿੱਚ ਇੰਨਾ ਫਰਕ ਕਿਉਂ ਆ? ਇਹ ਹਕੀਕਤ ਕਿੱਥੇ ਆ? ਇਸ ਬਾਰੇ ਚਾਨਣਾ ਪਾਓ। ਸੰਧੂ ਸਾਹਿਬ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਰਕਾਰ ਦੇ ਦਾਅਵੇ ਨੇ ਔਰ ਸਾਡੇ ਕੋਲੇ ਸਰਕਾਰ ਦੀਆਂ ਹੀ ਦਿੱਤੀਆਂ ਹੋਈਆਂ RTI ਦੀਆਂ ਜਿਹੜੀਆਂ ਨਕਲਾਂ ਮੇਰੇ ਕੋਲੇ ਤੁਹਾਡੇ ਸਾਹਮਣੇ ਮੈਂ ਪੇਸ਼ ਕੀਤੀਆਂ ਨੇ। ਸਰਕਾਰ ਕਹਿੰਦੀ ਅਸੀਂ ਜਿਹੜਾ ਸਿੱਖਿਆ ਦਾ, ਉਚੇਰੀ ਸਿੱਖਿਆ ਦਾ ਖਾਸ ਕਰਕੇ ਪੱਧਰ ਉੱਚਾ ਕੀਤਾ ਹੈ, ਉਹਦਾ ਕਿੰਨਾ ਕੁ ਉੱਚਾ ਕੀਤਾ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਪੰਜਾਬ ਦੇ ਵਿੱਚ ਇਸ ਵਕਤ 47 ਸਰਕਾਰੀ ਕਾਲਜ ਨੇ, ਉਹਨਾਂ ਦੇ ਵਿੱਚ 1873 ਜਿਹੜੀਆਂ ਪੋਸਟਾਂ ਨੇ ਉਹ ਸੈਂਕਸ਼ਨ ਨੇ ਔਰ ਉੱਥੇ ਕੰਮ ਕਰ ਰਹੇ ਪ੍ਰੋਫੈਸਰ ਜਿਹੜੇ ਹੈਗੇ ਨੇ 347 ਨੇ। ਉਹਨਾਂ ਦੇ ਵਿੱਚੋਂ ਵੀ 39 ਪ੍ਰੋਫੈਸਰ ਸਾਹਿਬਾਨ ਜਿਹੜੇ ਹੈਗੇ ਨੇ ਚੰਡੀਗੜ੍ਹ ਡੈਪੂਟੇਸ਼ਨ ਲਵਾ ਕੇ ਉੱਧਰ ਡਿਊਟੀ ਕਰ ਰਹੇ ਨੇ। ਪੰਜਾਬ 'ਚ ਰਹਿ ਗਏ 308 ਪ੍ਰੋਫੈਸਰ ਰੈਗੂਲਰ। ਤਾਂ ਇਹ 308 ਪ੍ਰੋਫੈਸਰ ਜਿਹੜੇ ਹੈਗੇ ਹੈ 1873 ਪੋਸਟਾਂ ਦੀ ਥਾਂ ਤੇ ਪੰਜਾਬ ਦੇ 47 ਕਾਲਜਾਂ ਦੇ ਵਿੱਚ ਕੰਮ ਕਰ ਰਹੇ ਨੇ। ਤਾਂ ਤੁਸੀਂ ਹਿਸਾਬ ਲਾ ਲਓ ਵੀ ਪੰਜਾਬ ਦਾ ਜਿਹੜਾ ਹਾਇਰ ਐਜੂਕੇਸ਼ਨ ਦਾ ਪੱਧਰ ਹੈ ਉਹ ਕਿੰਨਾ ਕੁ ਉੱਚਾ ਸਰਕਾਰ ਨੇ ਕੀਤਾ। ਇਹਨਾਂ ਸਰਕਾਰੀ ਕਾਲਜਾਂ ਦੇ ਵਿੱਚ ਕਦੋਂ ਦੀ ਜਿਹੜੀ ਸਰਕਾਰ ਵੱਲੋਂ ਭਰਤੀ ਕੀਤੀ ਗਈ ਆ, ਕਦੋਂ ਦੀ ਇਹ ਭਰਤੀ ਬੰਦ ਹੋਈ ਆ, ਇਸ ਬਾਰੇ ਵੀ ਚਾਨਣਾ ਪਾਓ। ਜਿਹੜੇ ਰੈਗੂਲਰ ਪ੍ਰੋਫੈਸਰਾਂ ਦੀ ਸਰ ਭਰਤੀ ਤੁਸੀਂ ਗੱਲ ਕੀਤੀ, ਇਹ 1995 ਤੋਂ ਬਾਅਦ ਨਹੀਂ ਹੋਈ। 1995 ਤੱਕ ਜੋ ਭਰਤੀ ਕਰਨੇ ਸੀਗੇ ਉਹ ਕਰ ਲਏ ਗਏ। ਉਸ ਤੋਂ ਬਾਅਦ 'ਚ ਗੈਸਟ ਫੈਕਲਟੀ ਨਾਂ ਤੋਂ ਪ੍ਰੋਫੈਸਰ ਭਰਤੀ ਕੀਤੇ ਗਏ ਜਿਨ੍ਹਾਂ ਨੂੰ ਕੋਈ ਘੱਟ ਤਨਖਾਹ 'ਤੇ ਰੱਖਿਆ ਗਿਆ। ਲਗਭਗ ਉਹਨਾਂ ਦੀ ਕੋਈ 53 ਜਾਂ 56 ਹਜ਼ਾਰ ਰੁਪਏ ਤਨਖਾਹ ਹੋਣੀ ਹੈ। ਔਰ ਉਸ ਤੋਂ ਬਾਅਦ 'ਚ ਇੱਕ ਤੀਜੀ ਕੈਟੇਗਰੀ ਲਿਆਂਦੀ ਜਿਨ੍ਹਾਂ ਨੂੰ ਪਾਰਟ ਟਾਈਮ ਕਹਿੰਦੇ ਨੇ। ਪਾਰਟ ਟਾਈਮ ਪ੍ਰੋਫੈਸਰ ਐਲੀਜੀਬਲ ਵੀ ਨੇ, ਕੁਛ ਐਲੀਜੀਬਲ ਨਹੀਂ ਵੀ ਨੇ। ਤਾਂ ਇਹ ਦੋਨੇ ਜਿਹੜੀਆਂ ਕੈਟੇਗਰੀਆਂ ਇਹ 948 ਪ੍ਰੋਫੈਸਰ ਬਣਦੇ ਨੇ। ਇੱਕ ਕੈਟੇਗਰੀ ਨੂੰ ਤਾਂ ਜਿਹੜੀ ਤਨਖਾਹ ਦਿੱਤੀ ਜਾਂਦੀ ਹੈ ਔਰ ਦੂਜੀ ਜਿਹੜੀ ਹੈ ਉਹਨਾਂ ਨੂੰ ਬਿਲਕੁਲ ਨਿਗੁਣੀ ਤਨਖਾਹ 21,600 ਰੁਪਇਆ ਉਹਨਾਂ ਨੂੰ ਦਿੱਤੀ ਜਾਂਦੀ ਹੈ। ਔਰ ਲਗਭਗ 500 ਪ੍ਰੋਫੈਸਰ ਸਾਹਿਬਾਨ ਜਿਹੜੇ ਹੈਗੇ ਕਾਲਜਾਂ 'ਚ ਕੰਮ ਕਰ ਰਹੇ ਨੇ ਜਿਹੜੇ ਕਿ ਐਲੀਜੀਬਲ ਵੀ ਨਹੀਂ ਹੈਗੇ। ਸਰਕਾਰਾਂ ਵੱਲੋਂ ਪਿੱਛੇ ਜੇ ਜੋ ਆਪਣੇ ਲੋਕਾਂ ਨਾਲ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਦਾਅਵੇ ਕੀਤੇ ਗਏ ਸੀ, ਜਿਸ ਵਿੱਚ ਬਕਾਇਦਾ ਕਿਹਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਇੰਨੇ ਕਾਲਜ ਖੋਲ੍ਹੇ ਜਾਣਗੇ। ਕੀ ਉਹਨੇ ਕਾਲਜ ਖੋਲ੍ਹੇ ਗਏ ਆ? ਸੰਧੂ ਸਾਹਿਬ, ਗੱਲ ਇਹ ਹੈ ਕਿ ਜਦੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਕਾਂਗਰਸ ਨੇ ਤਾਂ ਉਹਦੇ ਪੰਨਾ ਨੰਬਰ 57 ਤੇ ਤੁਸੀਂ ਦੇਖ ਸਕਦੇ ਹੋ, ਪੁਆਇੰਟ ਨੰਬਰ 36, ਉੱਥੇ ਸਪਸ਼ਟ ਲਿਖਿਆ ਹੋਇਆ ਹੈ ਕਿ ਸਰਕਾਰ ਬਣਨ ਦੇ ਸਾਰ ਹੀ 100 ਦਿਨਾਂ ਦੇ ਵਿੱਚ 50 ਕਾਲਜ ਸਰਕਾਰੀ ਕਾਲਜ ਖੋਲ੍ਹ ਦਿੱਤੇ ਜਾਣਗੇ। ਪਰ ਉਹ 4.5 ਸਾਲ ਬਾਅਦ ਸਰਕਾਰ ਨੇ ਸਿਰਫ 16 ਕਾਲਜ ਖੋਲ੍ਹੇ ਨੇ, ਉਹ ਵੀ ਬਿਨਾਂ ਪ੍ਰੋਫੈਸਰਾਂ ਤੋਂ, ਬਿਨਾਂ ਲਾਇਬ੍ਰੇਰੀਅਨਸ ਤੋਂ, ਬਿਨਾਂ ਦਰਜਾ 4 ਕਰਮਚਾਰੀਆਂ ਤੋਂ। ਹੁਣ ਕੈਪਟਨ ਸਾਹਿਬ ਅਸਤੀਫਾ ਦੇਣ ਤੋਂ 2 ਦਿਨ ਪਹਿਲਾਂ ਆਪਦੀ ਕੈਬਨਿਟ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ 'ਚ 160 ਪ੍ਰੋਫੈਸਰ ਔਰ 17 ਲਾਇਬ੍ਰੇਰੀਅਨਸ ਤੇ ਕੁਝ ਹੋਰ ਪੋਸਟਾਂ ਜਿਹੜੀਆਂ ਸੈਂਕਸ਼ਨ ਉਹਨਾਂ ਨੇ ਕੀਤੀਆਂ ਸੀ। ਤਾਂ 160 ਪੋਸਟਾਂ ਨਾਲ 16 ਕਾਲਜ ਭਾਵੇਂ ਚੱਲ ਜਾਣ, ਪਰ 47 ਕਾਲਜ ਆ ਜਿਹੜੇ ਉਹ ਤਾਂ 1873 ਪੋਸਟਾਂ ਨਾਲ ਹੀ ਚੱਲਣਗੇ। ਸਰਕਾਰ ਵੱਲੋਂ ਮੈਗਾ ਰੁਜ਼ਗਾਰ ਮੇਲੇ ਲਾਏ ਗਏ ਨੇ
ਜੀ ਤੇ ਤੁਹਾਡੇ ਮੰਚ ਵੱਲੋਂ ਇਹਨਾਂ ਮੇਲਿਆਂ ਦਾ ਵਿਰੋਧ ਕੀਤਾ ਗਿਆ ਹੈ। ਵਿਰੋਧ ਕਿਉਂ ਕੀਤਾ ਗਿਆ? ਸਰਕਾਰ ਵੱਲੋਂ ਜਿਹੜੇ ਰੁਜ਼ਗਾਰ ਮੇਲੇ ਨਾਂ ਤੇ ਅਡੰਬਰ ਰਚਿਆ ਗਿਆ, ਉਹਨਾਂ ਦਾ ਸਿਰਫ ਸਰਕਾਰੀ ਕਾਲਜ ਬਚਾਓ ਮੰਚ ਨੇ ਹੀ ਵਿਰੋਧ ਨਹੀਂ ਕੀਤਾ, ਸਗੋਂ ਜਿਹੜੇ ਨੈਟ ਪਾਸ ਜਿਹੜੇ ਬੀਐਡ ਬੇਰੁਜ਼ਗਾਰ ਸਾਥੀ ਨੇ ਉਹਨਾਂ ਨੇ ਵੀ ਜਿਹੜਾ ਹੈਗਾ ਇਹਨਾਂ ਦਾ ਵਿਰੋਧ ਕੀਤਾ, ਕਿਉਂਕਿ ਇਹ ਇੱਕ ਡਰਾਮਾ ਰਚਿਆ ਗਿਆ ਹੈ। ਤੁਸੀਂ ਗਰਾਊਂਡ ਲੈਵਲ ਤੇ ਦੇਖਿਓ ਜਦੋਂ ਮਰਜ਼ੀ ਜਾ ਕੇ ਕਿ ਇਹਨਾਂ ਮੇਲਿਆਂ ਦੇ ਵਿੱਚ ਸਿਰਫ 8,000 10,000 ਵਾਲੀ ਜੌਬ ਪ੍ਰਾਈਵੇਟ ਖੇਤਰ ਦੇ ਵਿੱਚ ਉਹ ਜਿਹੜੀ ਹੈਗੀ ਹੈ ਕੈਂਡੀਡੇਟਸ ਨੂੰ ਦਿੱਤੀ ਗਈ ਹੈ, ਔਰ ਉਹ ਵੀ ਜੌਬ ਦੀ ਲੋਕੇਸ਼ਨ ਦੇਖੋ ਤੁਸੀਂ, ਖਰੜ, ਲੁਧਿਆਣਾ, ਚੰਡੀਗੜ੍ਹ, ਗੁੜਗਾਉਂ। ਜੇ ਬੰਦਾ 10,000 ਰੁਪਏ ਜਾਂ 8,000 ਰੁਪਏ ਸੈਲਰੀ ਲਏਗਾ ਤਾਂ ਉਹ ਕੀ ਇੰਨੀ ਸੈਲਰੀ ਦੇ ਵਿੱਚ ਘਰੋਂ ਬਾਹਰ ਰਹਿ ਕੇ ਇੰਨੇ ਮਹਿੰਗੇ ਸ਼ਹਿਰਾਂ ਦੇ ਵਿੱਚ ਸਰਵਾਈਵ ਕਰ ਪਾਏਗਾ? ਸੋ ਸਭ ਤੋਂ ਵੱਡਾ ਸਵਾਲ ਇਹ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਇਹ ਅਡੰਬਰ ਹੈ। ਦੂਜੀ ਗੱਲ, ਅਸੀਂ ਵੀ ਉਹ ਫਾਰਮ ਭਰਨ ਦੀ ਕੋਸ਼ਿਸ਼ ਕੀਤੀ ਉਸ ਸਾਈਟ ਤੇ ਜਾ ਕੇ ਰੁਜ਼ਗਾਰ ਮੇਲੇ ਤੇ। ਸਾਡੇ ਵਾਸਤੇ ਤਾਂ ਆਪਸ਼ਨ ਹੀ ਕੋਈ ਨਹੀਂ ਉੱਥੇ ਕਿ ਜਿਹਨੇ ਐਮਫਿਲ ਕੀਤੀ ਹੈ ਜਾਂ ਪੀਐਚਡੀ ਕੀਤੀ ਹੈ, ਨੈਟ ਪਾਸ ਕੀਤਾ ਹੈ, ਉਹਦੇ ਵਾਸਤੇ ਕੋਈ ਜੌਬ ਨਹੀਂ ਹੈ। ਫਿਰ ਅਸੀਂ ਉੱਥੇ ਮੇਲਿਆਂ ਦੇ ਵਿੱਚ ਗਏ, ਗਲ 'ਚ ਤਖਤੀਆਂ ਪਾ ਕੇ ਸਾਡੀ ਕੁਆਲੀਫਿਕੇਸ਼ਨ ਦੇ ਜਿਹੜੇ ਸੀਗੇ, ਅਸੀਂ ਉਹਨਾਂ ਨੂੰ ਕਿਹਾ ਜੀ ਇਹ ਰੁਜ਼ਗਾਰ ਮੇਲਾ ਤੁਸੀਂ ਲਾਇਆ, ਜੋ ਵੀ ਆਫੀਸਰ ਸੀਗੇ, ਤੁਸੀਂ ਸਾਨੂੰ ਦੱਸੋ ਵੀ ਕਿੱਥੇ ਜੌਬ ਦਿਓਗੇ, ਕਿੰਨੀ ਤਨਖਾਹ ਸਾਨੂੰ ਦਵਾਓਗੇ? ਤਾਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ। ਇਸ ਕਰਕੇ ਅਸੀਂ ਇਸ ਰੁਜ਼ਗਾਰ ਮੇਲੇ ਨੂੰ ਡਰਾਮਾ ਕਹਿੰਦੇ ਹਾਂ। ਤੁਸੀਂ ਤਨਖਾਹ ਦੀ ਗੱਲ ਕੀਤੀ। ਪੰਜਾਬੀ ਯੂਨੀਵਰਸਿਟੀ ਨੇ 24 ਸਤੰਬਰ ਨੂੰ ਹੀ ਇੱਕ ਡਾਇਰੈਕਟਰ ਕੰਸਟੀਚਿਊਟ ਜਿਹੜੇ ਕਾਲਜ ਨੇ ਉਹਨਾਂ ਨੇ ਕੱਢਿਆ ਹੈ। ਉਹਨਾਂ ਨੇ ਕਿਹਾ ਵੀ ਨੈਟ ਪਾਸ ਜਿਹੜਾ ਹੈ ਉਹ 15,000 ਤੇ ਜਿਹੜਾ ਬਿਨਾਂ ਨੈਟ ਤੋਂ ਹੈਗੇ ਆ ਉਹਨਾਂ ਨੂੰ 13,000 ਰੁਪਇਆ ਦਿੱਤਾ ਜਾਊਗਾ। ਇਹ ਅਸਲ 'ਚ ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ ਤਾਂ ਇੱਕ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਿੰਡੀਕੇਟ ਹੈਗੀ ਹੈ, ਉਹਨਾਂ ਦੀ ਇੱਕ 23 ਮਾਰਚ ਨੂੰ ਜਿਹੜੀ ਹੈਗੀ ਹੈ ਕਰਫਿਊ ਲੱਗਣ ਦੌਰਾਨ ਵੀ ਇੱਕ ਈਮੇਲ ਰਾਹੀਂ ਜਿਹੜੀ ਹੈਗੀ ਉਹਨਾਂ ਨੂੰ ਜਿਹੜੀ ਹੈਗੀ ਸੂਚਨਾ ਦਿੱਤੀ ਗਈ ਕਿ ਇੱਕ ਮੀਟਿੰਗ ਹੈ 30 ਮਾਰਚ ਤਾਈਂ ਉਹ ਪ੍ਰਵਾਨਗੀ ਲੈਣੀ ਸੀਗੀ। ਤਾਂ ਪ੍ਰਪੋਜ਼ਲ ਭੇਜਿਆ ਗਿਆ, ਸਿੰਡੀਕੇਟ 428 ਨੰਬਰ ਹੈ ਉਹਦਾ 2020। ਤਾਂ ਉਹਦੇ ਚੇਅਰਮੈਨ ਸੀਗੇ BS ਘੁੰਮਣ ਤੇ ਸਕੱਤਰ ਸੀਗੇ ਸ਼੍ਰੀ ਰਾਹੁਲ ਭੰਡਾਰੀ ਜੀ, ਔਰ ਡਾਇਰੈਕਟਰ ਸਿੱਖਿਆ ਵਿਭਾਗ ਦੇ ਡਾਕਟਰ ਇੰਦੂ ਮਲਹੋਤਰਾ। ਔਰ ਇਸ ਸਿੰਡੀਕੇਟ ਦੀ ਇਕੱਤਰਤਾ ਜਿਹੜੀ ਹੋਈ ਔਰ ਇਹਦੇ 'ਚ ਪਾਸ ਜਿਹੜੇ ਮਤੇ ਹੋਏ, ਇਹਦੇ 'ਚ ਲਗਭਗ 40-50 ਮਤੇ ਪਾਸ ਹੋਏ। ਤਾਂ ਉਹਦੇ 'ਚ ਮਤਾ ਨੰਬਰ ਜਿਹੜਾ 7 ਹੈਗਾ, ਉਹਦੇ 'ਚ ਇਹ ਲਿਖਿਆ ਕਿ ਕਮੇਟੀ ਵੱਲੋਂ 4/7/2019 ਦੀ ਮੀਟਿੰਗ ਵਿੱਚ ਕੀਤੀਆਂ ਸਿਫਾਰਿਸ਼ਾਂ ਜੋ ਵਾਈਸ ਚਾਂਸਲਰ ਸਾਹਿਬ ਵੱਲੋਂ ਪ੍ਰਵਾਨਿਤ ਹਨ ਉਹੀ ਕਾਇਮ ਰਹਿਣਗੀਆਂ। ਕੀ ਹੈ ਸਿਫਾਰਿਸ਼? ਗੈਸਟ ਫੈਕਲਟੀ ਲਈ ਅਦਾਇਗੀ 45 ਮਿੰਟ ਦੇ ਪੀਰੀਅਡ ਦੇ 350 ਰੁਪਏ ਤੋਂ ਵਧਾ ਕੇ 525 ਰੁਪਏ, ਔਰ 1 ਘੰਟੇ ਦੇ ਪੀਰੀਅਡ ਦੇ 500 ਰੁਪਏ ਤੋਂ ਵਧਾ ਕੇ 750 ਰੁਪਏ ਪ੍ਰਤੀ ਲੈਕਚਰ, ਔਰ 1 ਮਹੀਨੇ ਲਈ ਵੱਧ ਤੋਂ ਵੱਧ 30,000 ਰੁਪਏ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਸਿੰਡੀਕੇਟ ਦੇ ਵਿੱਚ ਇਹ ਪਾਸ ਹੋਇਆ, ਤੁਹਾਡੇ ਸਾਹਮਣੇ ਚਿੱਠੀ ਪਈ ਹੈ। ਔਰ ਅੱਜ ਜਿਹੜੀ ਚਿੱਠੀ ਕੱਢੀ ਹੈ, ਇੱਕ ਕੱਲ ਕੱਢੀ ਹੈ। ਕੱਲ ਚਿੱਠੀ ਕੱਢੀ ਸੀਗੀ ਸਰਦੂਲਗੜ੍ਹ ਦੇ ਕਾਲਜ ਨੇ, ਉਹਨਾਂ ਨੇ ਇਹ ਕਿਹਾ ਕਿ 15,000 ਰੁਪਏ ਉੱਕਾ ਪੁੱਕਾ। ਔਰ ਜਿਹੜਾ ਅੱਜ ਚਿੱਠੀ ਕੱਢੀ ਗਈ ਹੈ ਉਹ ਵੀ ਜਿਹੜਾ ਡਾਇਰੈਕਟਰ ਕਨਸਟੀਟਿਊਐਂਟ ਕਾਲਜ ਹੈ ਉਹਨਾਂ ਨੇ ਇਹ ਲਿਖਿਆ ਕਿ ਜਿਹੜੇ ਨੈਟ ਕੁਆਲੀਫਾਈ ਹੈ ਉਹਨਾਂ ਨੂੰ 15,000 ਰੁਪਏ ਸੈਲਰੀ ਮਿਲੂਗੀ, ਔਰ ਜਿਹੜੇ ਨੈਟ ਕੁਆਲੀਫਾਈ ਨਹੀਂ ਹੈਗੇ ਉਹਨਾਂ ਨੂੰ 13,000 ਰੁਪਏ ਜਿਹੜਾ ਹੈਗਾ ਦਿੱਤਾ ਜਾਵੇ। ਤਾਂ ਇਹ ਦੇਖੋ ਕਿੱਥੋਂ ਦਾ ਨਿਆਂ ਹੈ। ਐਮਫਿਲ PhD ਨੈਟ ਪਾਸ ਕੈਂਡੀਡੇਟ ਜੌਬ ਕਰੇ, ਉਹਨੂੰ 15,000 ਰੁਪਇਆ ਮਿਲੇ, ਔਰ ਜੇ ਆਪਾਂ ਨੂੰ ਘਰੇ ਮਿਸਤਰੀ ਵੀ ਲਾਉਣਾ ਪੈ ਜੇ ਤਾਂ ਉਹਨੂੰ 600 ਰੁਪਇਆ ਦਿਹਾੜੀ, ਮਤਲਬ 18,000 ਰੁਪਇਆ ਮਹੀਨਾ ਦੇਣਾ ਪੈਂਦਾ ਹੈ। ਪ੍ਰੋਫੈਸਰਸ ਜਿਹੜੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨਾਲ ਇੱਕ ਕੋਝਾ ਮਜ਼ਾਕ ਕੀਤਾ ਇਹਨਾਂ। ਤੁਸੀਂ ਭਰਤੀ ਦੀ ਗੱਲ ਕੀਤੀ। ਉਚੇਰੀ ਸਿੱਖਿਆ ਦੇ ਮੰਤਰੀ ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ, ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਪ੍ਰੋਫੈਸਰਾਂ ਦੀ ਭਰਤੀ ਕਰ ਰਹੇ ਹਾਂ ਪਰ ਇਹਦੇ ਤੇ ਵਾਰ-ਵਾਰ ਸਟੇ ਲੱਗ ਜਾਂਦਾ। ਦੇਖੋ, ਸਟੇ ਦੀ ਗੱਲ ਤਾਂ ਬਿਲਕੁਲ ਕੋਰਾ ਝੂਠ ਹੈ, ਕੋਈ ਸਟੇ ਨਹੀਂ ਲੱਗਿਆ ਹੋਇਆ। ਹਾਂ, ਇਹ ਗੱਲ ਜ਼ਰੂਰ ਹੈ ਕਿ DPI ਸਾਹਿਬ ਨੇ 931 ਪੋਸਟਾਂ ਦੀ ਜਿਹੜੀ ਪ੍ਰਪੋਜ਼ਲ ਬਣਾ ਕੇ PPSC ਨੂੰ ਭੇਜੀ, ਪਰ ਬਦਕਿਸਮਤੀ ਨਾਲ ਇੰਨੇ ਆਫੀਸਰਸ, ਕਾਬਲ ਆਫੀਸਰ ਸਾਹਿਬਾਨ ਸਾਡੇ ਕੋਲੇ ਹੈਗੇ ਨੇ, ਪਰ ਸਰਕਾਰ ਨੇ 3 ਮਹੀਨੇ ਬੀਤ ਚੁੱਕੇ, 3-3.5 ਮਹੀਨੇ, PPSC ਦਾ ਚੇਅਰਮੈਨ ਹੀ ਕੋਈ ਨਹੀਂ ਲਾਇਆ, ਜਿਸ ਕਰਕੇ ਸਾਰੇ ਤਰ੍ਹਾਂ ਦੇ ਐਗਜ਼ਾਮ ਰੁਕੇ ਪਏ ਹੈ। ਸਾਰੀ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਇੰਟਰਵਿਊਜ਼, ਚਾਹੇ ਉਹ ਪ੍ਰਮੋਸ਼ਨ ਵਾਲੀਆਂ ਹੋਣ, ਚਾਹੇ ਉਹ ਡਾਇਰੈਕਟ ਭਰਤੀ ਦੀਆਂ ਹੋਣ, ਉਹ ਰੁਕੀਆਂ ਪਈਆਂ। ਕੀ ਸਰਕਾਰ ਕਿਸੇ ਯੋਗ ਆਫੀਸਰ ਨੂੰ ਉੱਥੇ PPSC ਦਾ ਚੇਅਰਮੈਨ ਨਹੀਂ ਲਾ ਸਕਦੀ? ਲਾ ਸਕਦੀ ਹੈ, ਪਰ ਸਾਨੂੰ ਸਰਕਾਰ ਦੀ ਨੀਅਤ ਤੇ ਸ਼ੱਕ ਹੈ, ਔਰ ਇਹ ਹਾਲਿਆਂ ਤੁਹਾਡੇ ਸਾਹਮਣੇ ਹੈ ਕਿ ਸਰਕਾਰ ਦੀ ਨੀਅਤ ਜਿਹੜੀ ਹੈਗੀ ਖਰਾਬ ਹੈ।
ਜਿਹੜੀ ਪੰਜਾਬ ਸਰਕਾਰ ਵੱਲੋਂ ਭਰਤੀ ਦਾ ਦਾਅਵਾ ਕੀਤਾ ਜਾ ਰਿਹਾ ਕਿ ਉਹ ਭਰਤੀ ਕੱਢੀ ਜਾ ਰਹੀ ਹੈ, ਕਿ ਉਸ ਭਰਤੀ ਤੋਂ ਤੁਸੀਂ ਸੰਤੁਸ਼ਟ ਹੋ ਜਿਹੜੀ ਕੱਢੀ ਜਾ ਰਹੀ ਹੈ ਭਰਤੀ? ਦੇਖੋ, ਬਾਜਵਾ ਸਾਹਿਬ ਜਿਹੜਾ ਬਿਆਨ ਦੇ ਕੇ ਗਏ ਹੈ ਕਿ ਕੋਰਟ ਦਾ ਸਟੇ ਹੈ, ਉਹ ਤਾਂ ਕੋਰਾ ਝੂਠ ਹੈ। ਦੂਜੀ ਗੱਲ, ਉਹਨਾਂ ਨੇ ਇਹ ਕਿਹਾ ਕਿ 140 ਪ੍ਰੋਫੈਸਰ ਭਰਤੀ ਕੀਤੇ ਜਾ ਰਹੇ ਨੇ। ਬਾਜਵਾ ਸਾਹਿਬ ਸ਼ਾਇਦ ਚਿੱਠੀ ਪੜ੍ਹ ਕੇ ਨਹੀਂ ਆਈ ਸੀ, ਉਹ ਨਾਲੇ ਮੀਟਿੰਗ 'ਚ ਵੀ ਸੀਗੇ, ਕੈਬਨਿਟ ਦੀ ਮੀਟਿੰਗ 'ਚ ਉਹ ਪਾਸ ਹੋਇਆ ਹੈ। 160 ਪ੍ਰੋਫੈਸਰਾਂ ਦੀ ਜਿਹੜੀ ਹੈਗੀ ਉਹ ਭਰਤੀ ਕੀਤੀ ਜਾ ਰਹੀ ਹੈ, ਔਰ ਜਿੰਨੇ ਕਾਲਜ ਨੇ ਉਨੇ ਲਾਇਬ੍ਰੇਰੀਅਨ, ਔਰ ਦਰਜਾ 4 ਦਾ ਤਾਂ ਉਹਦੇ ਨਾਂ ਹੀ ਨਹੀਂ ਲਿਖਿਆ ਹੈਗਾ। ਕੀ ਕਾਲਜ ਸਿਰਫ ਪ੍ਰੋਫੈਸਰ ਔਰ ਲਾਇਬ੍ਰੇਰੀਅਨ ਚਲਾ ਲੈਣਗੇ? ਹੋਰ ਵੀ ਤਾਂ ਸਟਾਫ ਚਾਹੀਦਾ ਹੈ। ਕਾਲਜ ਵਾਸਤੇ ਦਰਜਾ 4 ਕਰਮਚਾਰੀ ਵੀ 3-4 ਚਾਹੀਦੇ ਨੇ, ਕੋਈ ਕਲਰਕ ਵੀ ਚਾਹੀਦੇ ਨੇ, ਕੋਈ ਮਾਲੀ ਵੀ ਚਾਹੀਦਾ ਹੈ, ਕੋਈ ਸਫਾਈ ਸੇਵਕ ਵੀ ਚਾਹੀਦਾ ਹੈ, ਕੋਈ ਚੌਕੀਦਾਰ ਵੀ ਚਾਹੀਦਾ ਹੈ। ਉਹਨਾਂ ਦਾ ਕਿਤੇ ਨਾਮ ਹੀ ਨਹੀਂ ਹੈ। ਔਰ ਦੂਜੀ ਗੱਲ, ਜਿਹੜੇ ਰੈਗੂਲਰ ਪ੍ਰੋਫੈਸਰ ਤਾਂ ਹੈਗੇ ਨੇ, ਔਰ ਉਸ ਤੋਂ ਬਾਅਦ ਜਿਹੜੇ ਗੈਸਟ ਫੈਕਲਟੀ ਦੀ ਗੱਲ ਕੀਤੀ ਜਾਂ ਮੈਂ ਪਾਰਟ ਟਾਈਮ ਪ੍ਰੋਫੈਸਰ ਸਾਹਿਬਾਨਾਂ ਦੀ ਗੱਲ ਕੀਤੀ, ਉਹਨਾਂ ਦਾ ਐਡਾ ਭੈੜਾ ਸ਼ੋਸ਼ਣ ਕੀਤਾ ਜਾ ਰਿਹਾ ਕਿ ਉਹਨਾਂ ਦੇ ਸਿਰ ਤੇ ਵੀ ਤਲਵਾਰ ਲਟਕ ਰਹੀ ਹੈ ਕਿ ਉਹਨਾਂ ਨੇ 20 ਸਾਲ ਦੀ ਤਾਂ ਜੌਬ ਕਰ ਲਈ। ਹੁਣ ਜੇ ਨਵੀਂ ਭਰਤੀ ਆਉਂਦੀ ਹੈ ਤਾਂ ਉਹਨਾਂ ਨੂੰ ਇਹ ਡਰ ਹੈ ਕਿ ਸਾਨੂੰ ਕੱਢਿਆ ਜਾਊਗਾ। ਤਾਂ ਸਾਡੀ ਇਹ ਡਿਮਾਂਡ ਹੈ ਕਿ ਉਹਨਾਂ ਨੂੰ ਵੀ ਕਿਸੇ ਹਿਸਾਬ ਨਾਲ ਐਡਜਸਟ, ਜਿਹੜੇ ਯੋਗ ਹੈ ਉਹਨਾਂ ਨੂੰ ਤਾਂ ਜਿਹੜੀ ਹੈਗੀ ਹੈ ਉਮਰ ਹੱਦ ਦੇ ਵਿੱਚ ਜਿਹੜੀ ਇਹ ਛੋਟ ਦਿੱਤੀ ਜਾਵੇ, ਭਰਤੀ ਪੂਰੀ ਕੀਤੀ ਜਾਵੇ। ਔਰ ਜਿਹੜੇ ਯੋਗ ਨਹੀਂ ਹੈਗੇ ਹੈ, ਜਿੱਦਾਂ ਕਿ ਹੁਣੇ 13,000 ਕੱਚੇ ਅਧਿਆਪਕਾਂ ਦਾ ਕੋਈ ਫੈਸਲਾ ਹੋਇਆ ਹੈ, ਉੱਦਾਂ ਉਹਨਾਂ ਨੂੰ ਵੀ ਐਡਜਸਟ ਕੀਤਾ ਜਾਵੇ, ਉਹਨਾਂ ਨੂੰ ਕੁਆਲੀਫਿਕੇਸ਼ਨ ਪੂਰੀ ਕਰਨ ਦਾ ਸਮਾਂ ਦਿੱਤਾ ਜਾਵੇ, ਸਰਕਾਰ ਵੱਲੋਂ ਛੁੱਟੀ ਦਿੱਤੀ ਜਾਵੇ, ਖਰਚਾ ਦਿੱਤਾ ਜਾਵੇ, ਤਾਂ ਜੋ ਉਹਨਾਂ ਕੋਲ ਐਕਸਪੀਰੀਅੰਸ ਤਾਂ ਹੈ ਪਰ ਉਹਨਾਂ ਦੀ ਐਲੀਜੀਬਿਲਟੀ ਨਹੀਂ ਹੈਗੀ, ਉਹ ਐਲੀਜੀਬਿਲਟੀ ਆਪਦੀ ਪੂਰੀ ਕਰਨ ਔਰ ਸੇਵਾਵਾਂ ਨਿਭਾਉਣ ਕਾਲਜਾਂ ਦੇ ਵਿੱਚ। ਤੁਸੀਂ ਪ੍ਰੋਫੈਸਰਾਂ ਦੀ ਗੱਲ ਕੀਤੀ ਕਿ ਬਹੁਤ ਪ੍ਰੋਫੈਸਰ ਘੱਟ ਨੇ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਸਾਡੀ ਜਿਹੜੀ ਪੰਜਾਬੀ ਆ ਉਹ ਮਾਤ ਭਾਸ਼ਾ ਹੈ। ਪੰਜਾਬੀ ਦੇ ਪ੍ਰੋਫੈਸਰ ਕਿੰਨੇ ਕੁ ਆ? ਇਹ ਸਾਡਾ ਜਿਹੜਾ ਉਚੇਰੀ ਸਿੱਖਿਆ ਦਾ ਢਾਂਚਾ ਹੈ, ਪੰਜਾਬੀ ਬੋਲੀ ਦੇ ਜਾਂ ਪੰਜਾਬੀ ਭਾਸ਼ਾ ਦੇ ਪੱਧਰ ਤੇ ਕਿੱਥੇ ਕੁ ਖੜਾ ਹੈ? ਪੰਜਾਬੀ ਭਾਸ਼ਾ ਦੇ ਜਿਹੜੇ ਹੈ ਦਾਅਵੇ ਬਹੁਤ ਸਾਰੀਆਂ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ, NRIs ਵੀਰਾਂ ਦੁਆਰਾ ਬੜੇ ਹੀ ਦਮਗਜ਼ੇ ਮਾਰੇ ਜਾਂਦੇ ਕਿ ਸਾਡੀ ਮਾਤ ਭਾਸ਼ਾ ਪੰਜਾਬੀ, ਸਾਡੀ ਮਾਂ ਬੋਲੀ ਪੰਜਾਬੀ। ਪਰ ਇੱਥੇ ਆ ਕੇ ਨਾ ਜਦੋਂ ਗੱਲ ਕਿਸੇ ਨੂੰ ਦੱਸੀ ਦੀ ਹੈ ਤਾਂ ਪੰਜਾਬੀ ਪ੍ਰੇਮੀ ਜਿਹੜੇ ਲੋਕ ਨੇ, ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਨੇ, ਉਹਨਾਂ ਦੇ ਅੱਖਾਂ 'ਚੋਂ ਰੋਣਾ ਹੀ ਨਿਕਲ ਜਾਂਦਾ ਹੈ। 47 ਕਾਲਜਾਂ ਦੇ ਵਿੱਚ ਸਿਰਫ 18 ਰੈਗੂਲਰ ਪ੍ਰੋਫੈਸਰ, ਸਿਰਫ 18। ਜੇ ਪੰਜਾਬੀ ਦਾ ਇਹ ਹਾਲ ਹੈ ਤਾਂ ਦੂਜੇ ਵਿਸ਼ਿਆਂ 'ਚ ਕੀ ਹੋਊਗਾ? ਸੋ ਇਸੇ ਕਰਕੇ ਅਸੀਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਨੂੰ ਔਰ ਖਾਸ ਕਰਕੇ ਜਿਹੜੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਲੋਕਾਂ ਤੱਕ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੀ ਹਾਇਰ ਐਜੂਕੇਸ਼ਨ ਦਾ ਜਿਹੜਾ ਹੈਗਾ ਬਿਲਕੁਲ ਬੇੜਾ ਗਰਕ ਚੁੱਕਿਆ ਹੈ। ਔਰ ਅਸੀਂ ਸਰਕਾਰੀ ਕਾਲਜ ਬਚਾਓ ਮੰਚ ਔਰ ਸਟੂਡੈਂਟ ਐਸੋਸੀਏਸ਼ਨਸ, ਜੋ ਵੀ ਜਥੇਬੰਦੀਆਂ ਨੇ, ਸਾਰਿਆਂ ਨੇ ਇਹ ਬੇੜਾ ਚੁੱਕਿਆ ਹੈ ਕਿ ਅਸੀਂ ਜਿਹੜੇ ਸਰਕਾਰੀ ਕਾਲਜ ਹੈ ਇਹਨਾਂ ਨੂੰ ਅਸੀਂ ਵਿਕਣ ਨਹੀਂ ਦੇਣਾ, ਇਹਨਾਂ ਨੂੰ ਅਸੀਂ ਖਤਮ ਨਹੀਂ ਹੋਣ ਦੇਣਾ, ਇਹਨਾਂ ਨੂੰ ਬਚਾਉਣਾ ਹੈ, ਜਿਉਂਦਾ ਕਰਨਾ ਹੈ। ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਇਸ ਵਾਸਤੇ, ਔਰ ਸਾਥ ਇਸ ਵਕਤ ਮੀਡੀਆ ਤੋਂ ਬਿਨਾਂ ਸਾਡੇ ਕੋਈ ਵੀ ਨਹੀਂ ਹੈਗਾ। ਮਤਲਬ ਜਿਹੜੇ ਟੀਚਰ, ਅਧਿਆਪਕ ਸਾਹਿਬਾਨ ਜਿਹੜੇ ਨੇ, ਇਹ ਕੁਆਲੀਫਿਕੇਸ਼ਨਸ ਤਾਂ ਪੂਰੀ ਲਈ ਫਿਰਦੇ ਨੇ ਪਰ ਬੇਰੁਜ਼ਗਾਰ ਨੇ। ਉਹਨਾਂ ਕੋਲ ਇੰਨਾ ਵੀ ਖਰਚਾ ਨਹੀਂ ਹੈ ਕਿ ਉਹ ਜਾ ਕੇ ਧਰਨੇ ਮੁਜ਼ਾਹਰੇ ਕਰ ਸਕਣ। ਸੋ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਮਾਜ ਸੇਵੀ ਸੰਸਥਾਵਾਂ ਨੂੰ, ਪੰਜਾਬੀ ਬੋਲੀ ਦੇ ਪ੍ਰੇਮੀਆਂ ਨੂੰ, ਖਾਸ ਕਰਕੇ NRIs ਵੀਰਾਂ ਨੂੰ ਇਹ ਬੇਨਤੀ ਹੈ ਕਿ ਉਹ ਉਧਰ ਵੀ ਥੋੜ੍ਹਾ ਜਿਹਾ ਮਦਦ ਕਰਨ ਔਰ ਸਰਕਾਰ ਤੇ ਉਧਰੋਂ ਆਪਦੇ ਦੇਸ਼ਾਂ ਤੋਂ, ਚਾਹੇ ਉਹ ਡਿਪਲੋਮੈਟ ਨੂੰ ਲੈਟਰ ਲਿਖਣ, ਚਾਹੇ ਉਹ CM ਨੂੰ ਲਿਖਣ, ਜੋ ਮਰਜ਼ੀ ਕਰਨ, ਸਰਕਾਰ ਤੇ ਦਬਾਅ ਪਾਉਣ ਔਰ ਭਰਤੀ ਕੀਤੀ ਜਾਵੇ 1995 ਤੋਂ ਬਾਅਦ ਜਿਹੜੀ ਨਹੀਂ ਹੋਈ, ਔਰ ਤਾਂ ਜੋ ਸਰਕਾਰੀ ਕਾਲਜ ਬਚ ਸਕਣ। ਤੁਹਾਡੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸੰਘਰਸ਼ ਨੂੰ ਬੂਰ ਪਊਗਾ ਜਾਂ ਤੁਸੀਂ ਇਸ ਵਿੱਚ ਕਾਮਯਾਬ ਹੋਗੇ, ਜਾਂ ਤੁਹਾਨੂੰ ਇਸ ਗੱਲ ਦੀ ਆਸ ਹੈ ਕਿ ਜਿਹੜਾ ਸਾਡਾ ਇਹ ਉਚੇਰੀ ਸਿੱਖਿਆ ਦਾ ਢਾਂਚਾ ਮੁੜ ਬਹਾਲ ਹੋ ਸਕੇਗਾ? ਦੇਖੋ, ਜਿੱਥੇ ਆ ਜਾਂਦਾ ਪੰਜਾਬੀ ਲੋਕਾਂ ਨੇ ਤਾਂ ਵਗਦੇ ਦਰਿਆਵਾਂ ਦਾ ਵੀ ਮੂੰਹ ਮੋੜਤਾ ਹੈ। ਔਰ ਹੁਣ ਪੰਜਾਬੀ ਲੋਕਾਂ 'ਚ ਇਹ ਅਵੇਅਰਨੈਸ ਹੀ ਨਹੀਂ ਸੀਗੀ, ਪਤਾ ਹੀ ਨਹੀਂ ਸੀ ਕਿ ਸਾਡੇ ਤਾਂ ਇਹ ਬੁਰਾ ਹਾਲ ਹੈ। ਸੋ ਅਸੀਂ ਪਿੰਡ ਜਾ ਕੇ, ਕਸਬਿਆਂ 'ਚ ਜਾ ਕੇ, ਮੈਂ ਪਿੰਡਾਂ 'ਚ ਵੀ ਗਿਆ ਸੀ, ਉੱਥੇ ਜਦੋਂ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ, ਪੂਰੇ ਪਿੰਡ ਵਾਲਿਆਂ ਨੇ ਕਹਿੰਦੇ, ਪ੍ਰੋਫੈਸਰ ਸਾਹਿਬ ਅਸੀਂ ਅਨਪੜ੍ਹ ਹੈ, ਸਾਨੂੰ ਨਹੀਂ ਪਤਾ, ਪਰ ਸਾਨੂੰ ਤੁਹਾਡੀ ਗੱਲ 'ਚੋਂ ਇਹ ਸਮਝ ਆਈ ਕਿ ਸਾਡੇ ਬੱਚਿਆਂ ਦੀ ਡਿਵੈਲਪਮੈਂਟ ਨੂੰ ਰੋਕਿਆ ਜਾ ਰਿਹਾ ਹੈ, ਸਾਡੇ ਬੱਚਿਆਂ ਨੂੰ ਅਨਪੜ੍ਹ ਰੱਖਣ ਦੀ ਸਾਜ਼ਿਸ਼ ਚੱਲ ਰਹੀ ਹੈ। ਜਿੱਥੇ ਤੁਸੀਂ ਆਖੋ ਟਰਾਲੀਆਂ ਭਰ ਕੇ ਤੁਸੀਂ ਕੋਈ ਰੋਸ ਮੁਜ਼ਾਹਰਾ ਕਰਨਾ ਹੈ, ਜਿੰਨਾ ਤੁਸੀਂ ਆਖੋ ਚੰਦਾ, ਲੰਗਰ, ਪਾਣੀ, ਸਾਰਾ ਕੁਝ ਅਸੀਂ ਕਰਾਂਗੇ,
ਤਾਂ ਸਾਡਾ ਕੰਮ ਹੁਣ ਇਹ ਰਹਿ ਗਿਆ ਕਿ ਆਮ ਲੋਕਾਂ ਨੂੰ ਜਗਾਉਣਾ ਹੈ, ਅਸੀਂ ਨੌਜਵਾਨਾਂ ਨੂੰ ਜਗਾਉਣਾ ਹੈ, ਔਰ ਲੀਡਰਾਂ ਦੀਆਂ ਜਿਹੜੀਆਂ ਗੱਡੀਆਂ ਦੇ ਪਹੀਏ ਉਹ ਆਪਣੇ ਆਪ ਜਾਮ ਕਰ ਦੇਣਗੇ। ਰਾਜਸੀ ਧਿਰਾਂ ਦਾ ਵੀ ਸੰਯੋਗ ਮਿਲ ਰਿਹਾ ਇਹਦੇ 'ਚ? ਸਿਆਸੀ ਧਿਰਾਂ ਦਾ ਸੰਯੋਗ ਸਾਨੂੰ ਅਜੇ ਤੱਕ ਕੋਈ ਨਹੀਂ ਮਿਲ ਰਿਹਾ, ਕਿਉਂਕਿ ਜੇ ਗੱਲ ਕਰੀਏ 1995 ਤੋਂ ਬਾਅਦ 15 ਸਾਲ ਅਕਾਲੀ ਦਲ ਨੇ ਰਾਜ ਕਰ ਲਿਆ ਤੇ 10 ਸਾਲਾਂ ਦੇ ਲਗਭਗ ਕਾਂਗਰਸ ਨੇ ਕਰ ਲਿਆ, ਔਰ ਆਮ ਆਦਮੀ ਪਾਰਟੀ ਵੱਲੋਂ ਵੀ ਅਜੇ ਤੱਕ ਕੋਈ ਆਵਾਜ਼ ਨਹੀਂ ਉਠਾਈ ਗਈ। ਬਹੁਜਨ ਸਮਾਜ ਪਾਰਟੀ ਨੇ ਜ਼ਰੂਰ ਇੱਕ ਕਿਸੇ ਬਹਿਸ ਦੇ ਵਿੱਚ ਜ਼ਿਕਰ ਕੀਤਾ ਸੀ, ਪਰ ਉਹ ਵੀ 2-3 ਮਿੰਟ ਦਿਖਾਇਆ ਗਿਆ। ਕਿਸੇ ਪਾਰਟੀ ਨੇ ਵੀ ਅਜੇ ਤੱਕ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਚਾਹੇ ਉਹ ਪੰਜਾਬ ਦੇ ਇੰਚਾਰਜ ਹੋਣ, ਚਾਹੇ ਉਹ ਲੀਡਰ ਆਫ ਓਪੋਜੀਸ਼ਨ ਹੋਣ, ਚਾਹੇ ਉਹ ਵੱਡੇ ਲੀਡਰ ਹੋਣ। ਸਿਆਸੀ ਪਾਰਟੀਆਂ ਵੱਲੋਂ ਅਜੇ ਤੱਕ ਸਾਨੂੰ ਕੋਈ ਸਹਾਇਤਾ ਨਹੀਂ ਮਿਲੀ। ਇਹ ਸਨ ਪ੍ਰੋਫੈਸਰ ਗੁਰਪ੍ਰੀਤ ਸਿੰਘ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਔਰ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਉਚੇਰੀ ਸਿੱਖਿਆ ਦੇ ਢਾਂਚੇ ਨੂੰ ਸਾਡੇ ਸਾਹਮਣੇ ਲਿਆਂਦਾ ਤੇ ਔਰ ਉਹਨਾਂ ਨੇ ਗਿਲਾ ਕੀਤਾ ਕਿ ਉਹਨਾਂ ਦੇ ਸੰਘਰਸ਼ ਨੂੰ ਅਜੇ ਤੱਕ ਜਿਹੜਾ ਹੈ ਮੂਰ ਵੀ ਨਹੀਂ ਪਿਆ, ਕਿਉਂਕਿ ਰਾਜਸੀ ਧਿਰਾਂ ਵੱਲੋਂ ਵੀ ਉਹਨਾਂ ਦੇ ਜੋ ਹੱਕੀ ਮੰਗਾਂ ਨੇ ਉਸ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ, ਜਿਸ ਸਦਕਾ ਉਹਨਾਂ ਦਾ ਜਿਹੜਾ ਹੈ ਵੀ ਅੱਜ ਸਰਕਾਰੀ ਕਾਲਜਾਂ ਦੀ ਜਿਹੜੀ ਸਿੱਖਿਆ ਹੈ, ਸਿੱਖਿਆ ਦਾ ਪੱਧਰ ਹੈ, ਬੜਾ ਨੀਵਾਂ ਚਲਾ ਜਾ ਰਿਹਾ, ਜਿਸ ਦੇ ਨਤੀਜੇ ਪੰਜਾਬ ਵਾਸਤੇ ਮਾੜੇ ਹੋ ਸਕਦੇ ਨੇ। ਔਰ ਉਹਨਾਂ ਨੇ ਉਹਨਾਂ ਧਿਰਾਂ ਨੂੰ ਵੀ ਆਪਣੇ ਸੰਬੋਧਨ ਰਾਹੀਂ ਸੱਦਾ ਦਿੱਤਾ ਕਿ ਜੋ ਉਹਨਾਂ ਦੇ ਹਮ ਖਿਆਲੀ ਨੇ ਜਾਂ ਸੰਘਰਸ਼ੀ ਨੇ ਜਾਂ NRI ਵੀਰ ਨੇ, ਜੋ ਪੰਜਾਬੀ ਦੇ ਹਮਦਰਦ ਨੇ, ਜੋ ਪੰਜਾਬ ਦੇ ਹਮਦਰਦ ਨੇ, ਜੋ ਚਾਹੁੰਦੇ ਨੇ ਕਿ ਪੰਜਾਬ ਜਿਹੜਾ ਉੱਚਾ ਉੱਠੇ ਔਰ ਪੰਜਾਬ ਦਾ ਜਿਹੜਾ ਸਿੱਖਿਆ ਢਾਂਚਾ ਹੈ ਉਹ ਆਪਣੇ ਪੈਰਾਂ ਸਿਰ ਖੜੋਵੇ, ਇਸ ਕਰਕੇ ਉਹ ਇਹਨਾਂ ਦੀ ਧਿਰਾਂ ਦਾ ਸਾਥ ਦੇਣ। ਤਾਂ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦਾ ਜਿਹੜਾ ਹੈ ਇਹ ਜਿਹੜੀ ਆਵਾਜ਼ ਹੈ ਸਰਕਾਰ ਤੱਕ ਪਹੁੰਚੇ ਤੇ ਸਰਕਾਰ ਇਹਨਾਂ ਦੀਆਂ ਜੋ ਮੰਗਾਂ ਨੇ ਉਸ ਦਾ ਤੁਰੰਤ ਹੱਲ ਕਰੇ। ਮੰਡੀ ਅਰਨੀਵਾਲਾ ਤੋਂ ਅਜੀਤ ਵੈਬ TV ਲਈ ਨਿਸ਼ਾਨ ਸਿੰਘ ਸੰਧੂ।